ਇਹ ਸਾਨੂੰ ਲਗਭਗ 5 ਕੁ ਮਹੀਨੇ ਹੋ ਗਏ ਆ ਇਹ ਕੰਮ ਕਰਦਿਆਂ ਨੂੰ। ਇਹਦੇ ਨਾਲ ਇਹ ਮੇਰੇ ਕੋਲ ਇਹ 2 ਲੋਕਾਂ ਨੂੰ ਹੋਰ ਮੈਂ ਇਸੇ ਤੋਂ ਹੀ ਰੁਜ਼ਗਾਰ ਦਿੱਤਾ ਆ। ਇੱਕ ਇਹ ਭਾਈ ਸਾਹਿਬ ਮੇਰੇ ਕੋਲ ਕੰਮ ਕਰਦੇ ਆ ਤੇ ਇੱਕ ਲੜਕੀ ਆ ਸਾਡੇ ਘਰ ਦੇ ਵਿੱਚ ਜਿਹੜੀ ਸਾਡੇ ਨਾਲ ਬੋਤਲਾਂ ਪੈਕ ਕਰਾਉਣ ਦੇ ਵਿੱਚ ਤਾਂ ਬੋਤਲਾਂ ਨੂੰ ਧਵਾਉਣ ਦੇ ਵਿੱਚ ਵੀ ਮਦਦ ਕਰਦੀ ਆ। ਤਾਂ ਹੌਲੀ ਹੌਲੀ ਅਸੀਂ ਇਹ ਮਿਲਕ ਬਦਾਮ ਬਣਾਉਣਾ ਸ਼ੁਰੂ ਕੀਤਾ। ਅਸੀਂ ਪਹਿਲਾਂ ਆਪਣੇ ਘਰ ਦੇ ਵਿੱਚ ਹੀ ਲਗਭਗ 1.5-2 ਮਹੀਨੇ ਟਰਾਇਲ ਕਰਦੇ ਰਹੇ ਤੇ ਆਂਢੀਆਂ ਗਵਾਂਢੀਆਂ ਨੂੰ ਜਾਂ ਦੋਸਤਾਂ ਮਿੱਤਰਾਂ ਨੂੰ ਅਸੀਂ ਉਹ ਕਰਾਉਂਦੇ ਰਹੇ ਚੈੱਕ। ਕਿਸਾਨ ਅੰਦੋਲਨ ਤੋਂ ਹੀ ਦਿਮਾਗ ਦੇ ਵਿੱਚ ਆਇਆ ਕਿ ਕਿਉਂ ਨਾ ਨਾਲੇ ਤਾਂ ਗਾਹਕ ਨੂੰ ਵੀ ਪਤਾ ਲੱਗੇਗਾ ਕਿ ਇਹ ਕਿਸਾਨ ਦੀ ਸਿੱਧੀ ਚੀਜ਼ ਹੈ ਜੋ ਸਾਡੇ ਤੱਕ ਪਹੁੰਚਦੀ ਆ। ਉਸੇ ਦੇ ਨਾਲ ਹੀ ਢੁਕਵਾਂ ਜਿਹਾ ਸ਼ਬਦ ਕਿਸਾਨ ਮਿਲਕ ਬਦਾਮ ਸਾਨੂੰ ਸਹੀ ਲੱਗਾ ਤੇ ਉਹਦੇ ਨਾਂ ਤੇ ਅਸੀਂ ਇਹ ਆਪਣਾ ਪ੍ਰੋਡਕਟ ਲਾਂਚ ਕੀਤਾ। ਤੇ ਲੋਕਾਂ ਨੇ ਚੰਗਾ ਹੁੰਗਾਰਾ ਭਰਿਆ ਸਾਡੇ ਨਾਲ। ਸਾਨੂੰ ਆ ਕੇ ਸਾਡਾ ਤਕਰੀਬਨ ਰੋਜ਼ ਹੀ 100 ਦੇ ਲਗਭਗ ਸਾਡੀ ਬੋਤਲ ਵਿਕ ਜਾਂਦੀ ਆ। ਜਿੱਥੇ ਵੀ ਅਸੀਂ ਕਿਤੇ ਖੜਦੇ ਹਾਂ 2-4 ਦਿਨ ਖੜਦੇ ਸਾਡਾ ਕੰਮ ਵਧੀਆ ਚੱਲਦਾ ਤੇ ਗਾਹਕ ਦਾ ਰਿਸਪੌਂਸ ਵੀ ਵਧੀਆ ਮਿਲਦਾ। ਇਹ ਜੱਟ ਕਾ ਸੌਦਾ ਆ। ਅਸੀਂ ਤਾਂ ਕਹਿੰਦੇ ਵੀ ਗਾਹਕ ਨੂੰ ਚੀਜ਼ ਚੰਗੀ ਮਿਲੇ। ਪੈਸੇ ਨਹੀਂ ਵੀ ਪਹਿਲਾਂ ਵੱਟਦੇ ਸੀ ਤਾਂ ਵੀ ਜ਼ਿੰਦਗੀ ਚੱਲਦੀ ਸੀ, ਹੁਣ ਵੱਟਦੇ ਆ ਚਾਹੇ ਥੋੜੇ ਵੱਟਦੇ ਆ ਪਰ ਸਾਨੂੰ ਸੰਤੁਸ਼ਟੀ ਆ ਕਿ ਗਾਹਕ ਤੱਕ ਚੀਜ਼ ਚੰਗੀ ਪਹੁੰਚ ਰਹੀ ਆ। ਆਪਣੇ ਧੰਦੇ ਦੇ ਵਿੱਚ ਕੋਈ ਸ਼ਰਮ ਨਹੀਂ। ਸ਼ਰਮ ਹੋਣੀ ਚਾਹੀਦੀ ਆ ਕਿਸੇ ਨਾਲ ਬੇਈਮਾਨੀ ਕਰਨ ਦੀ, ਕਿਸੇ ਨਾਲ ਲੁੱਟ ਕਰਨ ਦੀ ਜਾਂ ਕਿਸੇ ਨਾਲ ਚਲਾਕੀ ਕਰਨ ਦੀ। ਮੇਰਾ ਨਾਮ ਦਵਿੰਦਰ ਸਿੰਘ ਬਸਰਾ। ਮੈਂ ਪਿੰਡ ਉਮਰਪੁਰ ਤੋਂ ਬਿਲੋਂਗ ਕਰਦਾ ਜੋ ਨੂਰ ਮਹਿਲ ਤੋਂ 4 ਕਿਲੋਮੀਟਰ ਦੂਰ ਹੈ। ਮੇਰਾ ਪਰਿਵਾਰ ਸ਼ੁਰੂ ਤੋਂ ਹੀ ਸਾਡਾ ਪਿਤਾ ਪੁਰਖੀ ਧੰਦਾ ਰਿਹਾ ਹੈ। ਅਸੀਂ ਖੇਤੀਬਾੜੀ ਕਰਦੇ ਹਾਂ ਤੇ ਮੈਂ ਵੀ ਆਪਣੇ ਸਟੱਡੀ ਕੰਪਲੀਟ ਕਰਨ ਤੋਂ ਬਾਅਦ ਉਸ ਪਿਤਾ ਪੁਰਖੀ ਧੰਦੇ ਦੇ ਵਿੱਚ ਸ਼ਾਮਲ ਹੋਇਆ ਜਿੱਦਾਂ ਸਾਰੇ ਨੌਜਵਾਨ ਆਪਣੇ ਧੰਦਿਆਂ ਦੇ ਵਿੱਚ ਸ਼ਾਮਲ ਹੁੰਦੇ ਆ। ਤੇ ਉਹ ਧੰਦਾ ਦਿਨ ਪਰ ਦਿਨ ਉਹਦੇ ਵਿੱਚ ਲਾਹਾ ਘੱਟ ਤੇ ਉਹਦੀ ਇਨਕਮ ਡਿੱਗਦੀ ਜਾਂਦੀ ਆ। ਤੇ ਇਸੇ ਧੰਦੇ ਦੇ ਨਾਲ ਹੀ ਸਾਡਾ ਧੰਦਾ ਰਿਹਾ ਆ ਕਿ ਪਸ਼ੂ ਪਾਲਣ ਦਾ ਵੀ। ਪਸ਼ੂ ਪਾਲਣ ਦੇ ਧੰਦੇ ਤੇ ਵੀ ਜੇ ਅਸੀਂ ਗਾਹਕ ਨੂੰ ਸਿੱਧੇ ਤੌਰ ਤੇ ਅਟੈਚ ਕਰਦੇ ਹਾਂ ਆਪਣੇ ਨਾਲ ਤੇ ਸਾਡੇ 2 ਰੁਪਏ ਬਣਦੇ ਆ। ਤੇ ਜੇ ਅਸੀਂ ਉਹੋ ਹੀ ਆਪਣਾ ਦੁੱਧ ਮੰਨ ਲਓ ਕਿਸੇ ਡੇਅਰੀ ਨੂੰ ਦਿੰਦੇ ਆ ਤਾਂ ਉਹ ਬਹੁਤ ਸਾਡੇ ਘੱਟ ਪੈਸੇ ਬਣਦੇ ਆ। ਤੇ ਅੱਜ ਦੇ ਦੌਰ ਦੇ ਵਿੱਚ ਉਹ ਬਹੁਤ ਜ਼ਿਆਦਾ ਖਰਚੇ ਆ ਇੱਕ ਪਸ਼ੂ ਪਾਲਕ ਦੇ ਵੀ। ਬੜੇਵਿਆਂ ਦੀ ਖਲ 50 ਕਿਲੋ ਦਾ ਬੋਰਾ ਹੁਣ ਵੀ ਤਕਰੀਬਨ 2350 ਰੁਪਏ ਦੇ ਗੇੜ ਦੇ ਵਿੱਚ ਸਾਨੂੰ ਪੈਂਦਾ। ਕਈ ਵਾਰੀ 10 ਰੁਪਏ ਘਟ ਜਾਂਦਾ, ਕਈ ਵਾਰੀ 10 ਰੁਪਏ ਵੱਧ ਜਾਂਦਾ ਹੈ। ਇੱਦਾਂ ਹੀ ਗੋਲੀਆਂ ਵਾਲੀ ਖਲ ਵੀ ਬਹੁਤ ਮਹਿੰਗੀ ਆ। ਤੇ ਅਸੀਂ ਇਹ ਆਪਣੇ ਦਿਮਾਗ ਦੇ ਵਿੱਚ ਆਈਡੀਆ ਲਾਉਂਦੇ ਸੀ ਵੀ ਇਹ ਕਿਸ ਤਰ੍ਹਾਂ ਅਸੀਂ ਆਪਣੇ ਇਸ ਜੋ ਧੰਦਾ ਆ ਇਹਨੂੰ ਅਸੀਂ ਲਾਹੇਵੰਦ ਕੀਤਾ ਜਾਵੇ। ਤਾਂ ਫਿਰ ਮੇਰੇ ਮਨ ਦੇ ਵਿੱਚ ਮੈਂ ਇੱਕ ਵਾਰੀ ਕਿਤੇ ਗਿਆ ਤੇ ਉੱਥੇ ਗੱਲਾਂ ਚੱਲਦੀਆਂ ਸੀ ਕਿ ਆਪਣੇ ਪ੍ਰੋਡਕਟ ਬਣਾ ਕੇ ਮਾਰਕੀਟ ਦੇ ਵਿੱਚ ਉਤਾਰੇ ਜਾਣ। ਤੇ ਮੈਂ ਉਹ ਸੋਚ ਨੂੰ ਆਪਣੇ ਜ਼ਿਹਨ ਦੇ ਵਿੱਚ ਰੱਖਿਆ ਤੇ ਹੌਲੀ ਹੌਲੀ ਮੈਂ ਉਹਦੇ ਤੋਂ ਪ੍ਰਭਾਵਿਤ ਹੋ ਕੇ ਤੇ ਕੁਛ ਬਣਾਉਣ ਦੀ ਕੋਸ਼ਿਸ਼ ਕੀਤੀ। ਇਹ ਸਾਨੂੰ ਲਗਭਗ 5 ਕੁ ਮਹੀਨੇ ਹੋ ਗਏ ਆ ਇਹ ਕੰਮ ਕਰਦਿਆਂ ਨੂੰ। ਇਹਦੇ ਨਾਲ ਇਹ ਮੇਰੇ ਕੋਲ ਇਹ 2 ਲੋਕਾਂ ਨੂੰ ਹੋਰ ਮੈਂ ਇਸੇ ਤੋਂ ਹੀ ਰੁਜ਼ਗਾਰ ਦਿੱਤਾ ਆ। ਇੱਕ ਇਹ ਭਾਈ ਸਾਹਿਬ ਮੇਰੇ ਕੋਲ ਕੰਮ ਕਰਦੇ ਆ ਤੇ ਇੱਕ ਲੜਕੀ ਆ ਸਾਡੇ ਘਰ ਦੇ ਵਿੱਚ ਜਿਹੜੀ ਸਾਡੇ ਨਾਲ ਬੋਤਲਾਂ ਪੈਕ ਕਰਾਉਣ ਦੇ ਵਿੱਚ ਤਾਂ ਬੋਤਲਾਂ ਨੂੰ ਧਵਾਉਣ ਦੇ ਵਿੱਚ ਵੀ ਮਦਦ ਕਰਦੀ ਆ। ਤੇ ਇਸੇ ਤਰ੍ਹਾਂ ਹੀ ਸਾਡੇ ਕਰਦੇ ਮੇਰੇ ਮਨ ਦੇ ਵਿੱਚ ਵਿਚਾਰ ਆਇਆ ਕਿ ਕਿਸ ਤਰ੍ਹਾਂ ਕੀਤਾ ਜਾਵੇ। ਤਾਂ ਹੌਲੀ ਹੌਲੀ ਅਸੀਂ ਇਹ ਮਿਲਕ ਬਦਾਮ ਬਣਾਉਣਾ ਸ਼ੁਰੂ ਕੀਤਾ। ਅਸੀਂ ਪਹਿਲਾਂ ਆਪਣੇ ਘਰ ਦੇ ਵਿੱਚ ਹੀ ਲਗਭਗ 1.5-2 ਮਹੀਨੇ ਟਰਾਇਲ ਕਰਦੇ ਰਹੇ ਤੇ ਆਂਢੀਆਂ ਗਵਾਂਢੀਆਂ ਨੂੰ ਜਾਂ ਦੋਸਤਾਂ ਮਿੱਤਰਾਂ ਨੂੰ ਅਸੀਂ ਉਹ ਕਰਾਉਂਦੇ ਰਹੇ ਚੈੱਕ ਵੀ ਦੇਖੋ। ਇਹ ਜਾਣੀ ਕਿ 1.5 ਕੁ ਮਹੀਨੇ ਦੇ ਟਰਾਇਲ ਤੋਂ ਬਾਅਦ ਸਾਡੇ ਕੋਲ ਇਹ ਜਿਹੜਾ ਮੇਨ ਪ੍ਰੋਡਕਟ ਆ ਸਾਡਾ ਇਹ ਨਿਕਲਿਆ। ਫਿਰ ਮੈਂ ਕਿਸਾਨ ਅੰਦੋਲਨ ਦੇ ਦੌਰਾਨ ਵੀ ਕਿਰਤੀ ਕਿਸਾਨ ਯੂਨੀਅਨ ਵੱਲੋਂ ਵੀ ਆਪਣੀਆਂ ਜਿੰਨਾ ਕੁ ਯੋਗਦਾਨ ਹੋ ਸਕਿਆ ਉਸ ਕਿਸਾਨ ਅੰਦੋਲਨ ਵਿੱਚ ਵੀ ਯੋਗਦਾਨ ਪਾਇਆ। ਤੇ ਉਸ ਤੋਂ ਹੀ ਸਾਡੇ ਮਨ ਦੇ ਵਿੱਚ ਵਿਚਾਰ ਆਇਆ ਕਿ ਇਹਨੂੰ ਕੀ ਨਾਮ ਦਿੱਤਾ ਜਾਵੇ, ਕਿਉਂਕਿ ਉਹ ਕਿਧਰੇ ਨਾ ਕਿਧਰੇ ਗੱਲ ਮੇਰੇ ਜ਼ਿਹਨ ਦੇ ਵਿੱਚ ਸੀ ਵੀ ਕਿਸਾਨ ਵਾਲੀ। ਤੇ ਉਸ ਕਿਸਾਨ ਅੰਦੋਲਨ ਤੋਂ ਹੀ ਦਿਮਾਗ ਦੇ ਵਿੱਚ ਆਇਆ ਕਿ ਕਿਉਂ ਨਾ ਨਾਲੇ ਤਾਂ
ਗਾਹਕ ਨੂੰ ਵੀ ਪਤਾ ਲੱਗੇਗਾ ਕਿ ਇਹ ਕਿਸਾਨ ਦੀ ਸਿੱਧੀ ਚੀਜ਼ ਹੈ ਜੋ ਸਾਡੇ ਤੱਕ ਪਹੁੰਚਦੀ ਆ। ਉਸੇ ਦੇ ਨਾਲ ਹੀ ਢੁਕਵਾਂ ਜਿਹਾ ਸ਼ਬਦ ਕਿਸਾਨ ਮਿਲਕ ਬਦਾਮ ਸਾਨੂੰ ਸਹੀ ਲੱਗਾ ਤੇ ਉਹਦੇ ਨਾਂ ਤੇ ਅਸੀਂ ਇਹ ਆਪਣਾ ਪ੍ਰੋਡਕਟ ਲਾਂਚ ਕੀਤਾ। ਹੁਣ ਸਾਡੀ ਕੋਸ਼ਿਸ਼ ਆ ਕਿ ਥੋੜ੍ਹੇ ਸਮੇਂ ਤੋਂ ਬਾਅਦ ਅਸੀਂ ਇਹਨੂੰ ਮਤਲਬ ਦੂਜਾ ਵੀ ਕਰਾਵਾਂਗੇ, ਪੇਟੈਂਟ ਵੀ ਕਰਾਵਾਂਗੇ। ਅਸੀਂ ਇਸ ਕਰਕੇ ਇਹ ਚੁਣਿਆ ਕਿਉਂਕਿ ਆਮ ਹਲਵਾਈਆਂ ਦੇ ਸਾਰੀਆਂ ਚੀਜ਼ਾਂ ਮਿਲਦੀਆਂ ਆ ਤੇ ਨਾ ਸਾਡੇ ਕੋਲ ਇੰਨੇ ਸਾਧਨ ਹੀ ਆ ਕਿ ਅਸੀਂ ਇਹ ਤੋਂ ਕੁਝ ਹੋਰ ਬਣਾ ਸਕੀਏ ਤੇ ਨਾ ਇੰਨੀ ਜਲਦੀ ਅਸੀਂ ਬਣਾ ਸਕਦੇ ਆ, ਕਿਉਂਕਿ ਸਾਡਾ ਰਵਾਇਤੀ ਧੰਦਾ ਰਿਹਾ ਆ ਖੇਤੀਬਾੜੀ ਤੇ ਪਸ਼ੂ ਪਾਲਣ। ਉਹਦੇ ਵਿੱਚੋਂ ਹੀ ਅਸੀਂ ਆਪਣਾ ਸਮਾਂ ਕੱਢ ਕੇ ਮੈਂ, ਮੇਰੀ ਵਾਈਫ, ਅਸੀਂ ਦੋਨੇ ਜਾਣੇ ਤਿਆਰ ਕਰਦੇ ਆ ਤੇ ਇੱਕ ਕੁੜੀ ਹੋ ਰਿਹਾ ਸਾਡੇ ਉਹ ਕੰਮ ਕਰਦੀ ਆ ਨਾਲ, ਉਹ ਸਾਡੇ ਨਾਲ ਹੈਲਪ ਕਰਾ ਕੇ ਉਹ ਪੈਕ ਕਰਾਉਂਦੀ ਆ। ਇਹ ਸਾਡੇ ਕੋਲ ਛੇਤੀ ਬਣਦਾ ਸੀ, ਸਾਨੂੰ ਇਹਦਾ ਰੈਸਪੀ ਨੋਟ ਦੇ ਵਿੱਚ ਸਾਡੇ ਦਿਮਾਗ 'ਚ ਆ ਗਈ ਤਾਂ ਅਸੀਂ ਇਹਨੂੰ ਹੀ ਤਰਜੀਹ ਦਿੱਤੀ। ਨਹੀਂ, ਸਾਡੇ ਪਰਿਵਾਰ ਨੇ ਤਾਂ ਮੈਨੂੰ ਚਲੋ ਚੰਗਾ ਹੁੰਗਾਰਾ ਭਰਿਆ। ਮੇਰੀ ਵਾਈਫ ਨੇ, ਮੇਰੇ ਫਾਦਰ ਸਾਹਿਬ ਨੇ, ਮੇਰੀਆਂ ਭੈਣਾਂ ਵੀ ਆ 2 ਤੇ ਉਹਨਾਂ ਨੇ ਵੀ ਮੈਨੂੰ ਕਿਹਾ ਹਾਂ ਵੀ ਤੂੰ ਕਰ ਸਕਦਾ ਤਾਂ ਤੂੰ ਕਰ। ਤੇ ਕੁਝ ਲੋਕ ਹੁੰਦੇ ਆ ਵੀ ਹੁਣ ਜਿੱਥੇ ਚੰਗਿਆਈ ਆ ਉੱਥੇ ਬੁਰਾਈ ਵੀ ਆ, ਉਹਦੇ ਨਾਲ ਨਾਲ ਹੀ ਸਾਨੂੰ ਰਹਿਣਾ ਪੈਂਦਾ ਹੈ। ਤੇ ਸੋ ਉਹਦੇ ਵਿੱਚ ਅਸੀਂ ਆਪਣਾ ਰੋਲ ਦੇਖ ਸਕਦੇ ਹਾਂ ਕਿ ਅਸੀਂ ਕਿਹੜਾ ਰੋਲ ਨਿਭਾਉਣਾ ਹੈ। ਸੋ ਇਹ ਚੀਜ਼ਾਂ ਜ਼ਿੰਦਗੀ ਦੇ ਨਾਲ ਚੱਲਦੀਆਂ ਰਹਿੰਦੀਆਂ ਆ। ਅਸੀਂ ਇਹਨੂੰ ਸਮਝਿਆ ਕਿ ਅਸੀਂ ਇਹ ਕਰ ਸਕਦੇ ਤੇ ਅਸੀਂ ਕੀਤਾ ਤੇ ਲੋਕਾਂ ਨੇ ਚੰਗਾ ਹੁੰਗਾਰਾ ਭਰਿਆ ਸਾਡੇ ਨਾਲ। ਸਾਨੂੰ ਆ ਕੇ ਸਾਡਾ ਤਕਰੀਬਨ ਰੋਜ਼ ਹੀ 100 ਦੇ ਲਗਭਗ ਸਾਡੀ ਬੋਤਲ ਵਿਕ ਜਾਂਦੀ ਆ। 90, 95, ਕਈ ਵਾਰੀ 85 ਵੀ ਰਹਿ ਜਾਂਦੀਆਂ, ਕਈ ਵਾਰੀ 100, ਇੰਨੀਆਂ ਕੁ ਬੋਤਲਾਂ ਸਾਡੀਆਂ, ਯਾਨੀ ਕਿ ਡੇਲੀ ਬੇਸ 'ਤੇ ਸਾਡੇ ਕੋਲ ਹੁਣ ਵੀ ਥੋੜ੍ਹਾ ਹੀ ਸਮਾਨ ਰਹਿ ਗਿਆ ਹੋਣਾ, ਨਹੀਂ ਤਾਂ ਸਾਡਾ ਡੇਲੀ ਅਸੀਂ ਵੇਚ ਕੇ ਹੀ ਜਾਈਦਾ। ਤੁਸੀਂ ਕਿੰਨੇ ਲੀਟਰ ਦੁੱਧ ਜਿਹੜਾ ਹੈਗਾ ਰੋਜ਼ ਬਣਾਉਂਦੇ ਹੋ? ਅਸੀਂ 25 ਲੀਟਰ ਤੋਂ 27-28 ਲੀਟਰ ਤੱਕ ਦਾ ਦੁੱਧ ਪ੍ਰੋਸੈਸ ਕਰਦੇ, 23 ਤੋਂ ਲੱਗ ਕੇ 27-28 ਲੀਟਰ ਦਾ। ਉਹ ਵੀ ਦੇਖ ਲੈਂਦੇ ਸਾਨੂੰ ਕਿੰਨਾ ਦੁੱਧ ਚਾਹੀਦਾ ਆ, ਉਸ ਹਿਸਾਬ ਦੇ ਨਾਲ ਅਸੀਂ ਇੰਨਾ ਕੁ ਪ੍ਰੋਸੈਸ ਕਰਦੇ ਹਾਂ। ਅਸੀਂ ਐਡਾ ਲੰਮਾ ਚੌੜਾ ਹਿਸਾਬਾਂ 'ਚ ਵੀ ਨਹੀਂ ਪਏ ਹੈਗੇ, ਕਿਉਂਕਿ ਜੱਟ ਕਾ ਸੌਦਾ ਆ। ਅਸੀਂ ਤਾਂ ਕਹਿੰਦੇ ਵੀ ਗਾਹਕ ਨੂੰ ਚੀਜ਼ ਚੰਗੀ ਮਿਲੇ ਤੇ ਕੋਸ਼ਿਸ਼ ਇਹ ਕਰੀਦੀ ਆ ਵੀ ਗਾਹਕ ਨੂੰ ਚੀਜ਼ ਚੰਗੀ ਮਿਲੇ। ਸਾਨੂੰ ਪੈਸੇ ਨਹੀਂ ਵੀ ਪਹਿਲਾਂ ਵੱਟਦੇ ਸੀ ਤਾਂ ਵੀ ਜ਼ਿੰਦਗੀ ਚੱਲਦੀ ਸੀ, ਹੁਣ ਵੱਟਦੇ ਆ, ਚਾਹੇ ਥੋੜ੍ਹੇ ਵੱਟਦੇ ਆ, ਪਰ ਸਾਨੂੰ ਸੰਤੁਸ਼ਟੀ ਆ ਕਿ ਗਾਹਕ ਤੱਕ ਚੀਜ਼ ਚੰਗੀ ਪਹੁੰਚ ਰਹੀ ਹੈ। ਚਾਹੇ ਬੱਚਾ ਪੀਵੇ, ਚਾਹੇ ਸਿਆਣਾ ਪੀਵੇ, ਚਾਹੇ ਬਜ਼ੁਰਗ ਪੀਵੇ, ਸਾਨੂੰ ਇਸ ਗੱਲ ਦੀ ਸੰਤੁਸ਼ਟੀ ਆ ਕਿ ਅਸੀਂ ਗਾਹਕ ਤੱਕ ਚੰਗੀ ਚੀਜ਼ ਪਰੋਸ ਰਹੇ ਹਾਂ ਗਾਹਕ ਨੂੰ, ਤੇ ਗਾਹਕ ਵੀ ਸਾਡਾ ਚੰਗਾ ਹੁੰਗਾਰਾ ਭਰਦੇ ਆ। ਸਾਡੇ ਕੋਲੋਂ ਇੱਥੋਂ ਲਗਭਗ ਤੁਸੀਂ ਇਹ ਹਿਸਾਬ ਲਾ ਲਓ ਵੀ ਸਾਡੇ ਕੋਲੋਂ ਇਹ ਕਈ ਵਾਰੀ ਤਾਂ ਡਾਲਾ ਲੋਕੀ ਲੈ ਕੇ ਜਾਂਦੇ ਆ ਵੀ ਸਾਨੂੰ ਡਾਲਾ ਇੱਕ ਦੇ ਦਿਓ, ਤੇ ਬੋਤਲਾਂ ਦੇ ਪੈਸੇ ਅਗਲੇ ਜਮ੍ਹਾਂ ਵੀ ਕਰਾ ਜਾਂਦੇ ਆ ਵੀ ਆਹ ਲੈ ਲਓ ਯਾਰ, ਵੀ ਤੁਸੀਂ ਇਹ ਨਾ ਸੋਚੋ ਵੀ ਬੋਤਲਾਂ ਨਹੀਂ ਵਾਪਸ ਕਰਨੀਆਂ। ਬੋਤਲਾਂ ਦੇ ਪੈਸੇ ਵੀ ਸਾਨੂੰ ਜਮ੍ਹਾਂ ਕਰਾ ਕੇ ਤਾਂ ਡਾਲਾ ਦੂਏ ਤੀਏ ਦਿਨ ਦੇ ਵੀ ਜਾਂਦੇ। ਇੱਦਾਂ ਵੀ ਸਾਡੇ ਕੋਲ ਲੋਕ ਆਉਂਦੇ ਆ। ਨਹੀਂ, ਫਿਲਹਾਲ ਤਾਂ ਹੱਲੇ ਤਾਂ ਐਤਕੀ ਤਾਂ ਨਹੀਂ ਵਧਾਵਾਂਗੇ, ਅਗਲੇ ਸਾਲ ਜ਼ਰੂਰ ਵਧਾਉਣ ਦੀ ਕੋਸ਼ਿਸ਼ ਕਰਾਂਗੇ ਕਿ ਇੱਕ ਵੈਨ ਹੋਰ ਪਾਈ ਜਾਵੇ ਕਿਸੇ ਲਾਗੇ ਸ਼ਹਿਰ ਦੇ ਵਿੱਚ। ਇੱਕ ਵੈਨ ਹੋਰ ਵਧਾਉਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ। ਲੋਕ ਜੀ ਬਹੁਤ ਠੀਕ ਹੈ, ਵਧੀਆ ਹੈ। ਲੋਕਾਂ ਨੂੰ ਪਸੰਦ ਕੀਤਾ ਕਰਕੇ, ਲੋਕਾਂ ਨੇ ਪਸੰਦ ਕੀਤਾ ਕਰਕੇ ਅਸੀਂ ਚੱਲ ਰਹੇ ਹਾਂ। ਸਾਡਾ ਨਿਰੰਤਰ 4-5 ਮਹੀਨੇ ਤੋਂ ਜਿੱਦਾਂ ਚੱਲ ਰਿਹਾ, ਸਾਡਾ ਚੰਗਾ ਹੁੰਗਾਰਾ ਕਰਕੇ ਇਹ ਸਾਡਾ ਬਿਜ਼ਨਸ ਚੱਲਦਾ ਆ। ਦੇਖੋ, ਪਹਿਲਾਂ ਜਦੋਂ ਪਿਛਲੇ ਸਮੇਂ ਸੀਗੇ ਉਦੋਂ ਖੇਤੀ ਲਾਹੇਵੰਦ ਧੰਦਾ ਸੀਗਾ। ਉਦੋਂ ਕਿਸੇ ਵੇਲੇ ਬਾਬੇ ਨਾਨਕ ਨੇ ਅਸੀਂ ਕਹਿੰਦੇ ਉੱਤਮ ਖੇਤੀ, ਮੱਧਮ ਵਪਾਰ, ਨਖਿੱਧ ਚਾਕਰੀ। ਉਸ ਸਮੇਂ ਬਹੁਤ ਵਧੀਆ ਪਿਛਲੇ ਸਮਿਆਂ ਦੇ ਵਿੱਚ ਧੰਦਾ ਸੀਗਾ, ਜਦੋਂ ਰੇਹਾਂ ਸਪਰੇਹਾਂ ਨਹੀਂ ਮਹਿੰਗੀਆਂ ਸੀ, ਡੀਜ਼ਲ ਨਹੀਂ ਮਹਿੰਗੇ ਸੀਗੇ, ਉਦੋਂ ਬਹੁਤ ਵਧੀਆ ਧੰਦਾ ਸੀਗਾ। ਪਰ ਹੁਣ ਉਹ ਖੇਤੀਬਾੜੀ ਬਹੁਤ ਮਹਿੰਗੀ ਹੋ ਗਈ ਆ। ਮੈਂ ਤਾਂ ਹਰੇਕ ਕਿਸਾਨ ਨੂੰ, ਕਿਸਾਨ ਦੇ ਪੁੱਤਰ ਨੂੰ ਇਹ ਅਪੀਲ ਕਰਦਾ ਹਾਂ ਕਿ ਤੁਸੀਂ ਲੀਹ ਪਾੜ ਸਕਦੇ ਹੋ। ਆਪਣੇ ਧੰਦੇ ਦੇ ਵਿੱਚ ਕੋਈ ਸ਼ਰਮ ਨਹੀਂ, ਸ਼ਰਮ ਹੋਣੀ ਚਾਹੀਦੀ ਹੈ ਕਿਸੇ ਨਾਲ ਬੇਈਮਾਨੀ ਕਰਨ ਦੀ, ਕਿਸੇ ਨਾਲ ਲੁੱਟ ਕਰਨ ਦੀ, ਜਾਂ ਕਿਸੇ ਨਾਲ ਚਲਾਕੀ ਕਰਨ ਦੀ। ਕੋਈ ਧੰਦਾ ਕਰਨ ਦੀ ਇਹਦੇ ਵਿੱਚ ਕੋਈ ਸ਼ਰਮ ਨਹੀਂ ਹੋਣੀ ਚਾਹੀਦੀ, ਕੋਈ ਘਾਟਾ ਨਹੀਂ ਮਹਿਸੂਸ ਕਰਨਾ ਚਾਹੀਦਾ। ਸਾਰੇ ਲੋਕ ਧੰਦਾ ਕਰਦੇ ਆ। ਜੇ ਅੰਬਾਨੀ ਧੰਦਾ ਕਰ ਸਕਦੇ ਆ, ਵੱਡੇ ਲੈਵਲ 'ਤੇ ਕਰ ਸਕਦੇ ਆ, ਅਸੀਂ ਕਿਸਾਨ ਆ, ਅਸੀਂ ਆਪਣਾ ਛੋਟੇ ਲੈਵਲ 'ਤੇ ਧੰਦਾ ਜ਼ਰੂਰ ਸਟਾਰਟ ਕਰ ਸਕਦੇ ਆ। ਜਿਹੜਾ ਵੱਡਾ ਵੀ ਧੰਦਾ ਕਿਸੇ ਨੇ ਸ਼ੁਰੂ ਕੀਤਾ, ਪਹਿਲਾਂ ਉਹ ਧੰਦਾ ਛੋਟਾ ਹੀ ਸੀ। ਅਤੇ ਕਿਸਾਨੀ ਦੇ ਵਿੱਚ ਤਾਂ ਬਹੁਤ ਸਾਰੀਆਂ ਆਪਸ਼ਨਾਂ ਅਸੀਂ ਹੁਣ ਮੇਰੇ ਦਿਮਾਗ ਦੇ ਵਿੱਚ ਆਉਂਦੀਆਂ ਵੀ ਹਾਂ ਇਦੋਂ ਵੀ ਅਸੀਂ ਹੋਰ ਵੀ ਕਰ ਸਕਦੇ ਹਾਂ। ਮੇਰਾ ਇਰਾਦਾ ਆ ਕਿ ਮੇਰੇ ਕੋਲ ਜਿੰਨੀ ਕੁ ਘਰ ਦੀ ਜ਼ਮੀਨ ਆ ਵੀ ਉਹਨੂੰ, ਚਲੋ ਹਾਲੇ ਕਿ ਮੇਰੇ ਕੋਲ ਇੰਨੇ ਸਾਧਨ ਵੀ ਹੈ ਨਹੀਂ, ਹਾਲੇ ਮੇਰੇ ਕੋਲ ਇੰਨਾ ਵਸੀਲਾ ਵੀ ਹੈ ਨਹੀਂ ਕਿ ਮੈਂ ਕਹਾਂ
ਮੈਂ ਸੋਚਦਾ ਵੀ ਐਤਕੀ ਮੈਂ ਇੱਕ ਖੱਤਾ ਇਹ ਕਮਾਦੀ ਦਾ ਲਾਉਣਾ, ਉਹਦਾ ਅਸੀਂ ਗੁੜ ਬਣਾ ਕੇ ਵੇਚਾਂਗੇ। ਇਹਦੇ ਨਾਲ ਹੀ ਇੱਥੇ ਹੀ ਇੱਕ ਬੇਲਣਾ ਲਾਵਾਂਗੇ ਗਰਮੀਆਂ ਨੂੰ। ਇਹ ਮੇਰਾ ਇਰਾਦਾ ਆ ਵੀ ਗਾਂਹ ਦੀ ਗਾਂਹ ਥੋੜ੍ਹਾ ਡਿਵੈਲਪ ਕੀਤਾ ਜਾਵੇ ਆਪਣੇ ਆਪ ਨੂੰ, ਤਾਂ ਕਿ ਹੋਰ ਲੋਕਾਂ ਨੂੰ ਵੀ ਕੁਝ ਦੇਖ ਕੇ ਸਾਡੇ ਵੱਲ ਵੀ ਕੁਝ ਮੋਟੀਵੇਟ ਹੋ ਸਕਣ ਅਤੇ 2 ਬੰਦਿਆਂ ਨੂੰ ਅਸੀਂ ਰੁਜ਼ਗਾਰ ਵੀ ਹੋਰ ਦੇ ਸਕੀਏ। ਮੇਰੀ ਇਹ ਦਿਲ ਦੀ ਆਪਣੀ ਤਮੰਨਾ। ਨਹੀਂ ਦੇਖੋ ਜਿਸ ਚੀਜ਼ ਨੇ ਉਪਜਣਾ, ਜਿਹੜਾ ਬੀਜ ਵੀ ਹੈ ਨਾ, ਜਦੋਂ ਆਪਾਂ ਧਰਤੀ 'ਚ ਪਾਉਂਦੇ ਹਾਂ ਉਹ ਵੀ ਔਕੜਾਂ ਢੇਲੇ ਮਿੱਟੀਆਂ ਵੱਟੇ ਖਿਲਾਰ ਕੇ ਹੀ ਉੱਪਰ ਆਉਂਦਾ ਆ। ਔਕੜਾਂ ਸਾਡੇ ਜ਼ਿੰਦਗੀ ਦਾ ਹਿੱਸਾ ਆ, ਬੰਦੇ ਨੂੰ ਝੱਲਣੀਆਂ ਵੀ ਪੈਂਦੀਆਂ ਅਤੇ ਚਾਹੀਦੀਆਂ ਵੀ ਆ। ਜੇ ਔਕੜਾਂ ਦੇਖ ਕੇ ਨਹੀਂ ਆਪਾਂ ਇਨਸਾਨ ਅੱਗੇ ਵਧੂਗਾ, ਫਿਰ ਉਹਦੇ ਇਨਸਾਨ ਹੋਣ ਦਾ ਵੀ ਫਾਇਦਾ ਨਹੀਂ ਮੇਰੇ ਹਿਸਾਬ ਦੇ ਨਾਲ। ਔਕੜਾਂ ਜ਼ਿੰਦਗੀ ਦਾ ਪਹਿਲੂ ਆ, ਇਹਨੂੰ ਨਜ਼ਰ ਅੰਦਾਜ਼ ਨਹੀਂ ਅਸੀਂ ਕਰ ਸਕਦੇ। ਬਣਾਉਣੇ ਜੀ ਸਾਡਾ ਜਿੱਦਾਂ ਪੁਰਾਣਾ ਰਵਾਇਤੀ ਪ੍ਰੋਸੈਸ ਹੀ ਆ, ਕੋਈ ਮਸ਼ੀਨ ਨਹੀਂ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ। ਕੜਾਹੀ ਦੇ ਵਿੱਚ ਦੁੱਧ ਕਾੜ ਕੇ ਫਿਰ ਉਹਦੇ ਵਿੱਚ ਜੋ ਸਾਡੇ ਮਟੀਰੀਅਲ ਆ ਉਹ ਪਾਉਂਦੇ ਆ। ਇੰਨਾ ਕੀ ਪ੍ਰੋਸੈਸ ਆ, ਬਾਹਲਾ ਲੰਮਾ ਪ੍ਰੋਸੈਸ ਨਹੀਂ। ਬਦਾਮ ਰਾਤ ਨੂੰ ਭੇ ਦਈਦੇ ਆ, ਵਿੱਚ ਕਾਜੂ ਆ, ਉਹ ਅਸੀਂ ਫਿਰ ਸਵੇਰ ਨੂੰ ਉਹਨਾਂ ਨੂੰ ਕੱਟ ਕੇ ਤਾਂ ਬੋਤਲਾਂ 'ਚ ਪਾ ਕੇ ਸਾਰਾ ਇੱਦਾਂ ਭਰ ਦਈਦਾ। ਫਿਰ ਫਰੀਜ਼ਰ ਰੱਖਿਆ ਇੱਕ, ਫਿਰ ਉਹਦੇ ਵਿੱਚ ਅਸੀਂ ਸਵੇਰ ਨੂੰ ਇਹਦੇ ਆਉਣ ਤੋਂ ਪਹਿਲਾਂ ਅਸੀਂ ਦੁੱਧ ਖੂਹ ਤੋਂ ਲਿਆ ਕੇ ਤਕਰੀਬਨ 6 ਵਜੇ ਅਸੀਂ ਬਣਾ ਦਈਦਾ। ਇਹ 9:30 ਵਜੇ ਸਾਡੇ ਕੋਲ ਆਉਂਦਾ ਵੱਡਾ ਫਰੀਜ਼ਰ ਲਿਆ ਆ। ਬੋਤਲਾਂ ਬਣਾ ਕੇ ਫਿਰ ਉਹਦੇ ਵਿੱਚ ਅਸੀਂ ਫਰੀਜ਼ਰ ਦੇ ਵਿੱਚ ਰੱਖ ਦਈਦੀਆਂ, ਤਾਂ ਫਿਰ 9:30 ਵਜੇ ਇਹ ਆਉਂਦਾ ਤਾਂ ਫਰੀਜ਼ਰ 'ਚੋਂ ਆਪਣੇ ਆਪ ਬੋਤਲਾਂ ਕੱਢ ਕੇ ਗਿਣੀਆਂ ਹੁੰਦੀਆਂ ਨੇ, ਅਸੀਂ ਵੀ ਗਿਣ ਕੇ ਰੱਖੀਆਂ ਹੁੰਦੀਆਂ, ਇਹਨੇ ਵੀ ਗਿਣ ਕੇ ਲੈ ਆਉਣੀਆਂ। ਅਤੇ ਉਹ ਐਡਾ ਬਣਾਉਣ ਦਾ ਵੀ ਸਾਡਾ ਕੋਈ ਬਹੁਤ ਔਖਾ ਕੰਮ ਨਹੀਂ ਹੈਗਾ। ਮੇਰੀ ਵਾਈਫ ਪੂਰੀ ਮੇਰੀ ਮਦਦ ਕਰਦੀ ਆ ਮੇਰੇ ਨਾਲ, ਜ਼ਿਆਦਾਤਰ ਉਹ ਹੀ ਬਣਾਉਂਦੀ ਆ। ਪਹਿਲਾਂ ਮੈਂ ਬਣਾਉਣਾ ਸ਼ੁਰੂ ਕੀਤਾ ਕਿਉਂਕਿ ਮੇਰੇ ਕੋਲ ਰੁਝੇਵੇਂ ਬਹੁਤ ਆ। ਮੇਰੇ ਕੋਲ ਡੈਰੀ ਵੀ ਆ, ਖਾਲ ਦੀ ਦੁਕਾਨ ਵੀ ਆ ਮੇਰੀ, ਫਿਰ ਮੇਰੇ ਕੋਲ ਖੇਤੀਬਾੜੀ ਵੀ ਆ, ਮੇਰੇ ਧੰਦੇ, ਮੇਰੇ ਕੋਲ ਬਹੁਤ ਘੱਟ ਸਮਾਂ ਹੁੰਦਾ। ਮੇਰੀ ਵਾਈਫ ਹੀ ਜ਼ਿਆਦਾ ਬਣਾਉਂਦੀ ਆ, ਅਤੇ ਪਹਿਲਾਂ ਰੈਸਪੀ ਬਣਾਉਣ ਦੇ ਵਿੱਚ ਮੈਂ ਜ਼ਰੂਰ ਉਹਦੀ ਮਦਦ ਕੀਤੀ। ਹੁਣ ਉਹ ਬਣਾਉਂਦੀ ਉਹ ਹੀ ਆ, ਪੈਕ ਜ਼ਰੂਰ ਅਸੀਂ ਉਹਦੀ ਮੈਂ ਜ਼ਰੂਰ ਮਦਦ ਕਰਦਾ ਵੀ ਉਹਦੀ ਮੈਂ ਪੈਕਿੰਗ ਕਰਾ ਦੇਵਾਂ, ਕਿਉਂਕਿ ਸਵੇਰ ਨੂੰ ਮੈਂ ਧਾਰਾਂ ਵੀ ਚੋ ਕੇ ਆਉਣੀਆਂ ਹੁੰਦੀਆਂ ਖੂਹ ਤੋਂ, ਉਹ ਵੀ ਕੰਮ ਨਿਬੇੜਨਾ, ਖੇਤੀਬਾੜੀ ਦਾ ਕੰਮ ਵੀ ਆ। ਤੁਸੀਂ ਜਦੋਂ ਮਰਜ਼ੀ ਆ ਕੇ, ਕੋਈ ਗਾਹਕ ਆ ਸਾਡਾ, ਚਾਹੇ ਅੱਜ ਪੀ ਜੇ ਚਾਹੇ 10 ਦਿਨਾਂ ਬਾਅਦ ਆ ਜੇ, ਇੱਕ ਪੈਸੇ ਦਾ ਵੀ ਫਰਕ ਨਹੀਂ ਹੋਊਗਾ, ਕਿਉਂਕਿ ਸਾਰਾ ਸਮਾਨ ਅਸੀਂ ਤੋਲ ਕੇ ਪਾਉਂਦੇ ਹਾਂ। ਬਦਾਮ ਤੱਕ ਵੀ ਅਸੀਂ ਲਾਇਆ ਆ ਹਿਸਾਬ ਵੀ ਇੱਕ ਬੋਤਲ ਦੇ ਵਿੱਚ ਇੰਨੇ ਬਦਾਮ ਅਸੀਂ ਮਾਪਾ ਰੱਖਿਆ ਹੈ, ਉਹਦੇ ਨਾਲ ਹੀ ਅਸੀਂ ਪਾਉਂਦੇ ਹਾਂ। ਟੇਸਟ ਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਹੈਗਾ ਸਾਡਾ। ਦੇਖੋ ਜੀ, ਗੱਲ ਤਾਂ ਕਿਸੇ ਨੂੰ ਅਸੀਂ ਕੀ ਕਹਿ ਸਕਦੇ ਹਾਂ, ਅਸੀਂ ਆਪਣੇ ਭਰਾਵਾਂ ਨੂੰ ਬੇਨਤੀ ਜ਼ਰੂਰ ਕਰ ਸਕਦੇ ਹਾਂ ਕਿ ਅਸੀਂ ਆਪਣਾ ਖੇਤੀਬਾੜੀ ਦੇ ਨਾਲ ਜ਼ਰੂਰ ਸਾਨੂੰ ਕੋਈ ਨਾ ਕੋਈ ਇਹੋ ਜਿਹਾ ਧੰਦਾ ਚਾਹੀਦਾ ਜਿਹਦੇ ਵਿੱਚੋਂ ਸਾਨੂੰ ਚਾਹੇ ਬਹੁਤ ਘੱਟ ਪੈਸੇ ਬਚਣ, ਪਰ ਸਾਨੂੰ ਡੇਲੀ ਪੈਸੇ ਜ਼ਰੂਰ ਬਚਣ। ਕੋਈ ਵੀ ਧੰਦਾ ਹੋ ਸਕਦਾ ਤੁਹਾਡਾ, ਇੱਕ ਗੰਨੇ ਦਾ ਬੇਲਣਾ ਵੀ ਲਾ ਲਓ ਤਾਂ ਵੀ ਵਧੀਆ ਕੰਮ ਆ। ਕੋਈ ਆਪਣੀ ਸਬਜ਼ੀ ਵੇਚ ਕੇ ਮੰਡੀ ਦੇ ਵਿੱਚੋਂ ਵੇਚਣਾ, ਆਪਣੀ ਸਬਜ਼ੀ ਵੇਚੋ, ਕਿਸਾਨ ਆਪਣੀ ਸਿੱਧੀ ਗਾਹਕ ਨੂੰ ਸਬਜ਼ੀ ਦੇਵੇ। ਕਿਸੇ ਤਰ੍ਹਾਂ ਦਾ ਵੀ ਧੰਦਾ ਮੇਰੇ ਹਿਸਾਬ ਦੇ ਨਾਲ ਅੱਜ ਦੇ ਦੌਰ ਦੇ ਵਿੱਚ ਹਰੇਕ ਕਿਸਾਨ ਨੂੰ ਇੱਕ ਧੰਦਾ, ਚਾਹੇ ਉਹ ਛੋਟਾ ਚਾਹੇ ਵੱਡਾ, ਉਹਨੂੰ ਜ਼ਰੂਰ ਆਪਣਾ ਖੇਤੀਬਾੜੀ ਦੇ ਨਾਲ ਧੰਦਾ ਜ਼ਰੂਰ ਚਲਾਉਣਾ ਚਾਹੀਦਾ। ਮੇਰਾ ਨਾਮ ਬੀਕੇ ਉਮਰਪੁਰੀਆ ਭਾਜੀ, ਫੁੱਲ ਨੇਮ ਵਿਜੇ ਕੁਮਾਰ। ਤੇ ਜਦੋਂ ਤੋਂ ਕੰਮ ਅਸੀਂ ਸਟਾਰਟ ਕੀਤਾ ਹੈ, ਤਕਰੀਬਨ ਆਪਾਂ ਨੂੰ ਵੀ ਵਧੀਆ ਲੱਗਦਾ ਹੈ ਤੇ ਗਾਹਕ ਨੂੰ ਵੀ ਵਧੀਆ ਲੱਗਦਾ ਆ, ਔਰ ਚੀਜ਼ ਵੀ ਗਾਹਕ ਨੂੰ ਵਧੀਆ ਮਿਲਦੀ ਹੈ ਤੇ ਵਧੀਆ ਰਿਸਪੌਂਸ ਮਿਲਦਾ ਆ। ਤੇ ਚੰਗੀ ਸਾਡਾ ਬਸ ਇਹੀ ਕੰਮ ਹੈ ਜੀ, ਘਰੋਂ ਮੈਂ ਜਾਣਾ ਆ, ਗੱਡੀ ਰੈਡੀ ਕਰਨੀ ਆ, ਫਰੀਜ਼ਰ ਦੇ ਵਿੱਚੋਂ ਮਾਲ ਲਿਆ ਕੇ ਆਪਣਾ ਰੈਡੀ ਕਰਕੇ ਬਰਫ ਬੁਰਫ ਜੋ ਵੀ ਪਾ ਕੇ, ਬੋਤਲਾਂ ਕਰੇਟ ਸਭ ਕੁਝ ਰੱਖ ਕੇ ਮੈਂ ਆਪਣੇ ਅੱਡੇ 'ਤੇ ਆ ਜਾਣਾ। ਇੱਥੋਂ ਫਿਰ ਮੈਂ ਸ਼ਾਮ ਨੂੰ ਇੱਥੇ 6:30 ਵਜੇ ਤੱਕ ਜਾਈਦਾ ਜੀ। ਹਾਂਜੀ, ਇਸ ਤੋਂ ਬਾਅਦ ਸਾਡਾ ਅੱਡਾ ਹੈਗਾ ਇੱਕ ਸ਼ਹਿਰ ਪੰਪ ਦੇ ਨਾਲ, ਢਾਬੇ ਦੇ ਨਾਲ। ਉੱਥੇ ਸਾਡਾ ਮਤਲਬ ਪਹਿਲਾਂ ਦਿਨੇ ਚੱਲਦਾ ਹੁੰਦਾ ਸੀ, ਉੱਥੇ ਧੁੱਪ ਹੋਣ ਦਾ ਕਰਕੇ ਅਸੀਂ ਜਿਹੜਾ ਅੱਡਾ ਇੱਧਰ ਚਲਾਇਆ ਅਤੇ ਸਾਡਾ ਇੱਧਰ ਵੀ ਉਸ ਹਿਸਾਬ ਨਾਲ ਚੱਲਦਾ, ਬਹੁਤ ਵਧੀਆ ਚੱਲਦਾ। ਅਤੇ ਹੁਣ ਜਿੱਦਾਂ ਠੰਡਾ ਹੋ ਜਾਂਦਾ, ਇਸ ਵੇਲੇ ਹਨੇਰਾ ਵੀ ਹੋਣ ਲੱਗ ਪੈਂਦਾ, ਅਤੇ ਸਾਡਾ ਸ਼ਹਿਰ 'ਚ ਉੱਥੇ 2-2.5 ਘੰਟੇ ਸਾਡਾ ਉੱਥੇ ਵੀ ਚੱਲਦਾ। 9 ਵਜੇ ਤੱਕ ਮਤਲਬ ਅਸੀਂ ਉੱਥੇ ਹਾਂ। ਹੁਣ ਉੱਥੋਂ ਉਸ ਤੋਂ ਅੱਗੇ ਵੀ ਜਾਂਦੇ ਸੀਗੇ, ਉਸ ਤੋਂ ਅੱਗੇ ਪੁਰਾਣਾ ਅੱਡਾ ਪੈ ਜਾਂਦਾ ਆ, ਪਰ ਸਾਡੀ ਫਿਰ ਡਿਊਟੀ ਕਾਫੀ ਲੰਬੀ ਹੋ ਜਾਂਦੀ ਹੈ, ਫਿਰ ਟਾਈਮ ਨਹੀਂ ਬਚਦਾ ਅਤੇ ਅਸੀਂ ਉਸ ਤੋਂ ਵਾਪਸੀ ਕਰ ਲਈਦੀ ਹੈ। ਲੇਕਿਨ ਸਾਡਾ ਅੱਡਾ ਉੱਥੇ ਵੀ ਸੀ, ਅਸੀਂ ਜਿੱਥੇ ਵੀ ਜਾ ਕੇ ਖੜ੍ਹੇ ਹਾਂ ਤਕਰੀਬਨ ਸਾਡਾ ਕੰਮ ਚੱਲਿਆ, ਬਹੁਤ ਵਧੀਆ ਚੱਲਿਆ। ਜਿੱਥੇ ਵੀ ਅਸੀਂ ਕਿਤੇ ਖੜ੍ਹਦੇ ਹਾਂ, 2-4 ਦਿਨ ਖੜ੍ਹਦੇ, ਸਾਡਾ ਕੰਮ ਵਧੀਆ ਹੀ ਚੱਲਦਾ ਅਤੇ ਗਾਹਕ ਦਾ ਰਿਸਪੌਂਸ ਵੀ ਵਧੀਆ ਮਿਲਦਾ। ਸਾਨੂੰ ਵੀ ਠੀਕ ਹੈ ਜੀ, ਵਧੀਆ। ਹਾਂਜੀ, ਨਵਾਂ ਹੀ ਹੈ ਜੀ।
ਕਦੇ ਕੀਤਾ ਤਾਂ ਨਹੀਂ ਕੋਈ ਇਹੋ ਜਿਹਾ ਕੰਮ, ਪਰ ਕੋਈ ਦੁਕਾਨਦਾਰੀ ਵਾਲਾ ਹੋਵੇ ਜਿੱਦਾਂ ਦਾ ਮਰਜ਼ੀ ਹੋਵੇ, ਕੋਈ ਛੱਡੀ ਦਾ ਨਹੀਂ, ਕਰੀ ਜਾਈਦਾ। ਅਤੇ ਤਕਰੀਬਨ ਆਟੋਮੈਟਿਕ ਕੰਮ ਬਾਰੇ ਪਤਾ ਲੱਗਦਾ, ਨੌਲੇਜ ਹੁੰਦੀ। ਨਹੀਂ ਮਿਲਣਾ ਚਾਹੀਦਾ, ਆ ਤਾਂ ਬਹੁਤ ਵਧੀਆ। ਜਿੱਦਾਂ ਕਿ ਮੈਂ ਪਿੰਡ ਹੀ ਜਾਣਾ ਹੁੰਦਾ, ਪਿੰਡੋਂ ਹੀ ਆਉਣਾ ਹੁੰਦਾ ਆ, ਅਤੇ ਔਰ ਜੇ ਮੈਨੂੰ ਕਿਤੇ ਜਾਣਾ ਆਉਣਾ ਵੀ ਹੋਵੇ ਅਤੇ ਮੈਂ ਪਿੰਡੋਂ, ਸਾਡਾ ਹੋਰ ਦੁਕਾਨ 'ਤੇ ਬੰਦਾ ਬੈਠਾ ਆ, ਚਾਚਾ ਲੱਗਦਾ ਸਾਡਾ, ਉਹ ਵੀ ਇੱਥੇ ਬਹਿ ਜਾਂਦਾ, ਮੈਂ ਆਪਣੇ ਜਾਇਆ ਹੁੰਦਾ, ਫਿਰ ਮੈਂ ਆ ਜਾਂਦਾ। ਮੈਂ ਅੱਜ ਵੀ ਗਿਆ ਸੀ, ਨਕੋਦਰ ਗਿਆ ਸੀ, ਅਤੇ ਸਾਡਾ ਇੱਦਾਂ ਵਧੀਆ ਐਡਜਸਟਮੈਂਟ ਵੀ ਹੋ ਜਾਂਦੀ ਆ। ਅਤੇ ਨਾ ਸਾਨੂੰ ਕੋਈ ਇਹ ਨਹੀਂ ਹੈਗਾ ਵੀ ਦੂਸਰੇ ਪਿੰਡ ਜਾਣਾ ਆ, ਕਦੋਂ ਮੁੜਨਾ ਜਾਂ ਹਨੇਰਾ ਹੋ ਜਾਊਗਾ, ਕਿੱਦਾਂ ਘਰ ਹੀ ਆਉਣਾ ਆ, ਆਪ ਹੀ ਜਾਣਾ ਆ, ਆਪ ਹੀ ਆਉਣਾ ਆ। ਗੱਡੀ ਦੇ ਵਿੱਚ ਸਾਰਾ ਕੁਝ ਰੱਖਣਾ ਅਤੇ ਗੱਡੀ 'ਚ ਹੀ ਜਾਣਾ ਆਉਣਾ, ਕੋਈ ਦਿੱਕਤ ਨਹੀਂ ਹੈ। ਕੰਮ ਵਧੀਆ ਚੱਲਦਾ ਸਾਡਾ, ਅਤੇ ਬਹੁਤ ਵਧੀਆ ਸਾਨੂੰ ਰਿਸਪੌਂਸ।